ਅੱਜ ਬੱਚਿਓ ਅਸੀਂ ਅਭਾਜ ਗੁਣਨਖੰਡ ਵਿਧੀ ਰਾਹੀਂ ਵਰਗਮੂਲ ਕਰਨਾ ਸਿੱਖਾਂਗੇ। ਅਸੀਂ ਵਰਗਮੂਲ ਬਾਰੇ ਜਾਣਕਾਰੀ ਲੈ ਲਈ ਹੈ। ਤਾਂ ਅੱਜ ਬੱਚਿਓ ਅਸੀਂ ਵੇਖਾਂਗੇ ਕਿ ਅਭਾਜ ਗੁਣਨਖੰਡ ਵਿਧੀ ਰਾਹੀਂ ਵਰਗਮੂਲ ਕਿਵੇਂ ਕੀਤਾ ਜਾਂਦਾ। ਇਸ ਤੋਂ ਪਹਿਲਾਂ ਅਸੀਂ ਘਟਾਓ ਵਿਧੀ ਰਾਹੀਂ ਵਰਗਮੂਲ ਕਰਨਾ ਸਿੱਖ ਚੁੱਕੇ ਹਾਂ। ਤਾਂ ਬੱਚਿਓ ਵਰਗਮੂਲ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਨੂੰ ਅਸੀਂ ਦੁਹਰਾਈਏ ਕਿ ਇਹ ਅਭਾਜ ਗੁਣਨਖੰਡ ਇਹ ਚੀਜ਼ ਕੀ ਹੁੰਦੇ ਨੇ। ਕੋਈ ਵੀ ਮੈਂ ਬੱਚੋ ਇੱਥੇ ਸੰਖਿਆ ਲਿਖਦਾ, ਜਿਸ ਤਰ੍ਹਾਂ ਸਾਡੇ ਕੋਲ ਸੰਖਿਆ 9 ਹੈ। ਅਸੀਂ ਇਹਦੇ ਗੁਣਨਖੰਡ ਬਣਾਉਂਦੇ ਹਾਂ। ਤਾਂ ਬੱਚੋ ਗੁਣਨਖੰਡ ਕਿਸ ਤਰ੍ਹਾਂ ਬਣਾਏ ਜਾਂਦੇ ਹਨ? 3 ਗੁਣਾ 3। ਖੰਡ ਦਾ ਮਤਲਬ ਅਸੀਂ ਇਹਦੇ ਛੋਟੇ ਛੋਟੇ ਅੱਗੇ ਟੋਟੇ ਕਰ ਦਿੱਤੇ, ਭਾਗ ਕਰ ਦਿੱਤੇ। ਕਿਸ ਤਰ੍ਹਾਂ ਦੇ ਭਾਗ? ਇਹ 3 ਇਹ 3। ਇਹਨਾਂ ਦੀ ਖਾਸੀਅਤ ਕੀ ਹੈ ਕਿ ਜਦੋਂ ਅਸੀਂ ਇਹਨੂੰ ਦੁਬਾਰਾ ਗੁਣਾ ਕਰਾਂਗੇ 3 ਤੀਏ 9, ਇਹ ਦੁਬਾਰਾ ਉਹੀ ਸੰਖਿਆ ਬਣ ਜਾਂਦੀ ਆ। ਤਾਂ ਇੱਥੇ ਬੱਚੋ ਮੈਂ ਇਹ ਗੁਣਨਖੰਡ ਬਣਾਏ। ਇੱਕ ਉਦਾਹਰਨ ਅਸੀਂ ਹੋਰ ਲੈਂਦੇ ਹਾਂ। ਮੰਨ ਲਓ ਸਾਡੇ ਕੋਲ ਇੱਥੇ 20 ਹੈ। ਗੁਣਨਖੰਡ ਬਣਾਉਣ ਦਾ ਤਰੀਕਾ ਕਿ ਸਭ ਤੋਂ ਪਹਿਲਾਂ ਮੈਂ ਇਹ ਮਨ ਵਿੱਚ ਸੋਚਦਾ ਹਾਂ ਕਿ 20 ਮੇਰਾ ਕਿਸ ਪਹਾੜੇ ਵਿੱਚ ਆਉਂਦਾ। ਜਿਸ ਤਰ੍ਹਾਂ ਮੈਂ ਇੱਥੇ ਲਿਖ ਦਿੰਦਾ ਹਾਂ 4 ਗੁਣਾ 5। ਤਾਂ ਬੱਚੋ 4 ਅਤੇ 5 ਇਹ ਵੀ 20 ਦੇ ਗੁਣਨਖੰਡ ਹਨ, ਜਿਸ ਤਰ੍ਹਾਂ ਇਹ 2 3 ਇਸ 9 ਦੇ ਗੁਣਨਖੰਡ ਸਨ। ਹੁਣ ਬੱਚੋ ਇਹ ਸ਼ਬਦ ਇੱਥੇ ਅਭਾਜ ਹੈ। ਅਭਾਜ ਗੁਣਨਖੰਡ। ਅਭਾਜ ਦਾ ਮਤਲਬ ਕੀ ਹੈ ਕਿ ਜਿਹੜਾ ਅੱਗੇ ਨਹੀਂ ਤੋੜਿਆ ਜਾ ਸਕਦਾ, ਜਿਹੜਾ ਉਸ ਤੋਂ ਅੱਗੇ ਜਿਹਨੂੰ ਨਹੀਂ ਵੰਡਿਆ ਜਾ ਸਕਦਾ। ਦੇਖੋ ਇਹ ਜੋ 3 ਹਨ, ਇਹ ਬੱਚਿਓ 9 ਦੇ ਗੁਣਨਖੰਡ ਤਾਂ ਹਨ, ਪਰ ਇਹ ਅਭਾਜ ਗੁਣਨਖੰਡ ਹਨ। ਭਾਵ ਕਿ 3 ਨੂੰ ਇਸ ਤੋਂ ਅੱਗੇ ਅਸੀਂ ਹੋਰ ਕਿਸੇ ਸੰਖਿਆ ਨਾਲ ਵੰਡ ਨਹੀਂ ਸਕਦੇ, ਜਾਂ ਇੱਕ ਗੱਲ ਇਹ ਕਹੀਏ ਕਿ ਇਸ ਦੇ ਅੱਗੇ ਅਸੀਂ ਟੋਟੇ ਜਾਂ ਖੰਡ ਨਹੀਂ ਬਣਾ ਸਕਦੇ। ਪਰ ਇੱਥੇ ਬੱਚਿਓ ਧਿਆਨ ਰੱਖੋ, 5 ਇਸ ਨੂੰ ਅੱਗੇ ਅਸੀਂ ਨਹੀਂ ਵੰਡ ਸਕਦੇ, ਪਰ ਬੱਚਿਓ ਜੋ 4 ਹੈ ਇਸ ਨੂੰ ਅਜੇ ਅਸੀਂ ਹੋਰ ਅੱਗੇ ਵੰਡ ਸਕਦੇ ਹਾਂ। ਤਾਂ ਇੱਥੇ ਬੱਚਿਓ ਅਜੇ ਅਭਾਜ ਗੁਣਨਖੰਡ ਨਹੀਂ ਬਣੇ। ਤਾਂ ਫਿਰ ਕੀ ਕਰਾਂਗੇ? ਇਸ 4 ਨੂੰ ਅਸੀਂ ਅੱਗੇ 2 ਗੁਣਾ 2 ਲਿਖ ਸਕਦੇ ਹਾਂ। ਤਾਂ ਬੱਚਿਓ ਹੁਣ ਜੋ ਇਹ ਗੁਣਨਖੰਡ ਬਣੇ ਹਨ 5 2 2, ਇਹ ਅਭਾਜ ਗੁਣਨਖੰਡ ਹਨ। ਕਿਸ ਦੇ? 20 ਦੇ। ਔਰ ਸਬੂਤ ਕੀ ਹੈ? ਇਸ ਨੂੰ ਅਸੀਂ ਦੁਬਾਰਾ ਗੁਣਾ ਕਰਦੇ ਹਾਂ। 5 ਦੂਣੀ 10, 10 ਦੂਣਾ 20, ਉਹੀ ਸੰਖਿਆ ਫਿਰ ਬਣ ਗਈ। ਇਹ ਜਿਹੜੇ ਸਨ ਇਹਦੇ ਅਭਾਜ ਗੁਣਨਖੰਡ ਹਨ। ਇਹਨਾਂ ਨੂੰ ਅਭਾਜ ਗੁਣਨਖੰਡ ਕਹਿੰਦੇ ਹਾਂ, ਜਿਹੜੇ ਉਸ ਤੋਂ ਅੱਗੇ ਨਹੀਂ ਵੰਡੇ ਜਾ ਸਕਦੇ। ਇਸੇ ਤਰ੍ਹਾਂ ਬੱਚਿਓ ਸਾਡੇ ਕੋਲ 36 ਹੈ। ਇਸ ਦੇ ਗੁਣਨਖੰਡ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਸਾਡੇ ਮਨ ਵਿੱਚ ਪਹਾੜਾ ਆ ਗਿਆ 6 ਗੁਣਾ 6। ਤਾਂ ਇਹ ਬੱਚਿਓ ਗੁਣਨਖੰਡ ਤਾਂ ਬਣੇ ਹਨ, ਪਰ ਅਭਾਜ ਨਹੀਂ ਹਨ, ਕਿਉਂਕਿ ਜੋ 6 ਹੈ ਇਸ ਤੋਂ ਅੱਗੇ ਅਸੀਂ ਹੋਰ ਅਜੇ ਗੁਣਨਖੰਡ ਬਣਾ ਸਕਦੇ ਹਾਂ। ਤਾਂ ਕੀ ਕਰਾਂਗੇ? 6 ਨੂੰ ਅੱਗੇ ਫਿਰ 2 ਗੁਣਾ 3, ਔਰ ਇਸ 6 ਨੂੰ ਵੀ 2 ਗੁਣਾ 3 ਕਰ ਦੇਵਾਂਗੇ। ਤਾਂ ਬੱਚੋ 2 3 2 3 ਇਹ ਅਭਾਜ ਗੁਣਨਖੰਡ ਬਣ ਚੁੱਕੇ ਹਨ। ਇਸ ਤੋਂ ਅੱਗੇ ਇਹਨਾਂ ਦੇ ਅਸੀਂ ਗੁਣਨਖੰਡ ਨਹੀਂ ਬਣਾ ਸਕਦੇ। ਤਾਂ ਬੱਚੋ ਇਹ ਅਸੀਂ ਤੋਂ ਜਾਣਕਾਰੀ ਲਈ ਗੁਣਨਖੰਡਾਂ ਬਾਰੇ ਕਿ ਗੁਣਨਖੰਡ ਕੀ ਚੀਜ਼ ਹੁੰਦੇ ਹਨ। ਫਿਰ ਉਸ ਤੋਂ ਬਾਅਦ ਅਸੀਂ ਅਭਾਜ ਗੁਣਨਖੰਡਾਂ ਬਾਰੇ ਜਾਣਕਾਰੀ ਲਈ। ਇੱਥੇ ਬੱਚੋ ਅਸੀਂ ਇਹ 2 ਉਦਾਹਰਨਾਂ ਲੈਂਦੇ ਹਾਂ, ਜਿਨ੍ਹਾਂ ਦੇ ਅਸੀਂ ਅਭਾਜ ਗੁਣਨਖੰਡ ਵਿਧੀ ਰਾਹੀਂ ਵਰਗਮੂਲ ਕਰਨੇ ਹਨ। 25 ਦਾ ਵਰਗਮੂਲ ਕਰਨਾ ਹੈ, 49 ਦਾ ਕਰਨਾ ਹੈ। ਅਸੀਂ ਬੱਚਿਓ 25 ਦਾ ਵਰਗਮੂਲ ਅਤੇ 49 ਦਾ ਵਰਗਮੂਲ ਪਹਿਲਾਂ ਕਰਨਾ ਸਿੱਖ ਚੁੱਕੇ ਹਾਂ। ਅਗਰ ਅਸੀਂ ਵੇਖੀਏ ਕਿ 25 ਦਾ ਵਰਗਮੂਲ ਕਿੰਨਾ ਹੁੰਦਾ ਹੈ, ਤਾਂ ਉਹ ਬੱਚਿਓ 5 ਹੁੰਦਾ ਹੈ। 49 ਦਾ ਵਰਗਮੂਲ ਕਿੰਨਾ ਹੁੰਦਾ ਹੈ? ਉਹ 7 ਹੁੰਦਾ ਹੈ। ਕਿਉਂ? ਕਿਉਂਕਿ 7 ਨੂੰ 7 ਨਾਲ ਗੁਣਾ ਕਰਨ 'ਤੇ 49 ਆ ਜਾਂਦਾ ਹੈ, ਔਰ 5 ਨੂੰ 5 ਨਾਲ ਗੁਣਾ ਕਰਨ 'ਤੇ 25 ਆ ਜਾਂਦਾ ਹੈ। ਪਰ ਬੱਚਿਓ ਇੱਥੇ ਮੈਂ ਇਹ ਸਥਾਨ ਖਾਲੀ ਛੱਡ ਦਿੱਤਾ, ਕਿਉਂਕਿ ਅੱਜ ਅਸੀਂ ਸਿੱਖਣਾ ਹੈ ਕਿ 25 ਦਾ ਵਰਗਮੂਲ ਅਸੀਂ ਅਭਾਜ ਗੁਣਨਖੰਡ ਵਿਧੀ ਰਾਹੀਂ ਕਿਵੇਂ ਕਰਨਾ ਹੈ। ਤਾਂ ਉਹਦੇ ਲਈ ਬੱਚਿਓ ਅਸੀਂ ਕੀ ਕਰਾਂਗੇ? ਇਸ 25 ਦੇ ਅਭਾਜ ਗੁਣਨਖੰਡ ਬਣਾਵਾਂਗੇ। ਕਿਸ ਤਰ੍ਹਾਂ? ਸਾਨੂੰ ਪਤਾ ਹੈ ਕਿ 25 ਦੇ ਗੁਣਨਖੰਡ ਬਣ ਜਾਣਗੇ 5 ਗੁਣਾ 5। ਤਾਂ ਇੱਥੇ ਹੁਣ ਜਦੋਂ ਵੀ ਬੱਚਿਓ ਸਾਨੂੰ ਵਰਗਮੂਲ ਕਰਨ ਲਈ ਕਹਿਣਗੇ ਇਸ ਵਿਧੀ ਦੇ ਰਾਹੀਂ, ਤਾਂ ਅਸੀਂ ਇੱਥੇ ਗੁਣਨਖੰਡ ਬਣਾ ਕੇ ਦਿਖਾਇਆ ਕਰਨੇ ਆ। ਤਾਂ ਕੀ ਕਰਾਂਗੇ? ਜਦੋਂ ਅਸੀਂ ਬੱਚਿਓ ਇਹ ਗੁਣਨਖੰਡ ਬਣਾ ਲਏ, ਹੁਣ ਇਹ ਵਰਗਮੂਲ ਦੀ ਨਿਸ਼ਾਨੀ ਇਹਦੇ ਉੱਪਰ ਪਾ ਦੇਣੀ ਹੈ। ਇਸ ਤਰ੍ਹਾਂ ਹੀ ਬੱਚਿਓ 49 ਹੈ, ਇਸ ਦੇ ਜਦੋਂ ਅਸੀਂ ਗੁਣਨਖੰਡ ਬਣਾਵਾਂਗੇ ਤਾਂ ਉਹ ਬਣ ਜਾਣਗੇ 7 ਗੁਣਾ 7। ਔਰ ਬੱਚਿਓ ਯਾਦ ਰੱਖਣਾ ਹੈ ਕਿ ਇਹ ਅਸੀਂ ਅਭਾਜ ਗੁਣਨਖੰਡ ਬਣਾਉਣੇ ਹਨ, ਭਾਵ ਕਿ ਇਸ 7 ਦੇ ਇਸ ਤੋਂ ਅੱਗੇ ਅਸੀਂ ਗੁਣਨਖੰਡ ਨਹੀਂ ਬਣਾ ਸਕਦੇ। ਹੁਣ ਬੱਚਿਓ ਇਹ ਗੁਣਨਖੰਡ ਵੀ ਤਿਆਰ ਹਨ, ਇਹ ਗੁਣਨਖੰਡ ਵੀ ਤਿਆਰ ਹਨ। ਹੁਣ ਇੱਥੇ ਇੱਕ
बड़ा खास पॉइंट तुसी याद रखना है कि जदों गुणन खंडां तो असी वर्गमूल करते हैं तो की करना है। देखो बच्चों, इत्थे मेरे कोले 2 पांजे हैं, ये मेरे को एक जोड़ा बन जाता है। इस तरह असीं थले लाइन ला दिया करांगे कि ये साडे कोल एक जोड़ा है, भाव कि दोवें अंक जो हैं, दोवें संख्यावां बिल्कुल इक्को जिहियां हैं। और वर्गमूल का एक असूल है, रूल है, वो कि हरेक जोड़े दे विचों असीं एक जो अंक है, एक संख्या नूं रख लेना है, दूजी नूं छड्ड देना है। भाव कि जिस तरह इत्थे 2 5 हैं, इन्हां दोनां विचों केवल एक 5 अगे लिख लेना है। इहो ही इस संख्या का वर्गमूल है। दोबारा बच्चों इसनूं नोट करो कि गुणनखंड दे विच साडे कोल 2 पांजे सन, भाव कि एक जोड़ा। इन्हां दोनां दे पिछे मैं एक पांजा रख लेना है और उत्तों जो वर्गमूल का निशान है उसनूं भी हटा देना है, और ये बच्चों साडा 5 का वर्गमूल हो गया। इस तरह ही बच्चों ये जो 2 7 सन, ये एक जोड़ा बनता पिया। दोवें सातियां दे विचों एक साता असीं इस तरह करके अगे लिख देना है, तो ये बच्चों जो 7 है वो 49 का वर्गमूल आ गया। इस नूं बच्चों कहते हाँ अभाज गुणनखंड विधि राहीं वर्गमूल करना। की करते हाँ कि हरेक एक जोड़े दे विचों एक संख्या नूं असीं रख लैंदे हाँ। होर इस तरह दीयां उदाहरणां बच्चों असीं वेखदे हाँ। हुण बच्चों असीं 81 का वर्गमूल अभाज गुणनखंड विधि राहीं करते हैं। तो ये लई बच्चों की करना पेगा, सानूं पहलां 81 दे अभाज गुणनखंड बनाउणे पैणगे। मैं तुहानूं एक छोटा जिहा ट्रिक दसदा हाँ, तरीका दसदा हाँ कि असीं इस तरह इत्थे 81 लिख लेना है और मन विच कोई पहाड़ा सोचना है जिहदे विच 81 आउंदा होवे। और बच्चों सानूं सब तो पहलां ये 2 नाए याद होणगे। तो इत्थों बच्चों असीं पहलां नाम 81, नाए नूं नाए नाल गुणा करांगे, 81 आ गया। चैक करांगे कि नाए नूं अगे होर तो नहीं तोड़ सकदे असीं। देखो बच्चों जिहड़ा नाया है उस नूं अगे असीं लिख सकदे हाँ 3 तीए 9, तो 2 तीए इस नाए दे बन गए। इस तरह ही 2 तीए जिहड़े हैं वो इस नाए दे बन जाणगे। तो इहदे नाल बच्चों की होया, 81 दे असीं अभाज गुणनखंड बना ले और सानूं ये 4 3 प्राप्त होए। हुण की करांगे, ये चारों दे चारों 3 जो हैं उन्हां नूं बच्चों इत्थे लिखांगे 1 2 3 4, और इन्हां सारियां दे विच असीं इस तरह गुणा पा देवांगे। बच्चों है ये भी 81, क्योंकि जो असीं इन्हां नूं गुणा करांगे फिर 81 आ जाएगा। तो की करांगे, इहदे उपर भी इस तरह वर्गमूल की निशानी पा देवांगे। तो हुण बच्चों इत्थे वो नोट करने वाली गल कि जो गुणनखंड बन जाते हैं तो की करना है। देखो बच्चों साडे कोल ये पहला जोड़ा है 2 3 का, इत्थे भी 2 तीए पे हैं। इन्हां दोनां वंडे 1 3 इत्थे लिख लेना है। इन्हां दोनां दे वंडे 1 3 इत्थे, इन्हां 2 वंडे भी 1 3 असीं इत्थे लिख लेना है और गुणा पा देनी है बराबर बराबर। और ये जो असीं छांटी करके अंक लियाते हैं, संख्यावां लियांदियां हैं, इन्हां नूं अखीर ते गुणा कर देनी है 3 तीए 9। तो बच्चों 81 का वर्गमूल 9 आ गया। असीं जुबानी भी कर चुके हैं, घटाओ विधि राहीं भी कर चुके हैं, पर जो बच्चों सानूं स्पैशल विधि पुछी होएगी तो असीं विधि वध उसे विधि दे नाल अपना सवाल कढ़ के विखाउणा है, फिर सानूं पूरे नंबर मिलणगे। इसका भाव हुंदा है कि सानूं सारियां विधियां याद भी हैं जां नहीं याद हैं। तो ये बच्चों अभाज गुणनखंड विधि राहीं वर्गमूल करन दा तरीका है कि पहलां असीं इस 81 दे इस तरह गुणनखंड बनाए अभाज गुणनखंड, फिर की कीता जोड़े बनाए। आ पहला जोड़ा है, इन्हां दोनां वंडे 1 3 बार, इन्हां दोनां वंडे 1 3 बार, और उत्ते देखो मैं निशानी इत्थे नहीं पाई, उस वेले असीं निशानी छड्ड देनी है और जो संख्यावां हैं गुणा कीतियां आंसर आ गया साडे कोल 9। तो 81 का वर्गमूल आ गया 9। इस तो अगली उदाहरण बच्चों असीं लैंदे हां। हुण बच्चों असीं 100 का वर्गमूल करते हैं इसे विधि राहीं। देखो असीं सब तो पहला 100 इत्थे लिख लैंदे हां। जो भी साडे मन विच पहाड़ा आ गया, सब तो पहलां असीं 10 का या 100 ये पढ़ते हाँ। इस तरह 10 लिख, ये बच्चों एक तरह की एक जबानी विधि है गुणनखंड बनाउण दी। और ये बच्चों इस 10 नूं अगे फिर असीं 5 दूणा 10, इस 10 नूं भी 5 गुणा 2 10। तो इत्थे बच्चों साडे कोल 2 5 आ गए हैं और 2 दूए आ गए हैं।
ਔਰ ਜਦੋਂ ਬੱਚੇ ਇਹਨਾਂ ਨੂੰ ਚਾਰਾਂ ਨੂੰ ਇੱਥੇ ਲਿਖਣਾ ਹੈ, ਹੁਣ ਇੱਥੇ ਥੋੜ੍ਹਾ ਜਿਹਾ ਧਿਆਨ ਕਰਨਾ ਹੈ ਕਿ ਜਿਹੜੇ ਇੱਕੋ ਜਿਹੇ ਅੰਕ ਹਨ ਜਾਂ ਇੱਕੋ ਜਿਹੀਆਂ ਸੰਖਿਆਵਾਂ ਹਨ ਉਹਨਾਂ ਨੂੰ ਇੱਕ ਜਗ੍ਹਾ ਲਿਖਾਂਗੇ। ਤਾਂ ਅਸੀਂ ਕੀ ਕਰਦੇ ਹਾਂ, ਦੋਨੋਂ 5 ਇੱਕ ਜਗ੍ਹਾ ਲਿਖ ਦਿੰਦੇ ਹਾਂ ਔਰ ਦੋਨੋਂ ਦੂਏ ਇੱਕ ਜਗ੍ਹਾ 'ਤੇ, ਔਰ ਸਾਰਿਆਂ ਦੇ ਵਿੱਚ ਇਸ ਤਰੀਕੇ ਨਾਲ ਗੁਣਾ ਪਾ ਦਈਏ ਔਰ ਇੱਥੇ ਨਿਸ਼ਾਨੀ। ਤਾਂ ਇਹ ਬੱਚਿਓ ਇਸ ਸਟੈਪ ਨੂੰ ਬੜੇ ਧਿਆਨ ਨਾਲ ਵੇਖਣਾ ਹੈ। ਮੇਨ ਸਟੈਪ ਹੈ ਕਿ ਪਹਿਲਾਂ ਸੰਖਿਆ ਨੂੰ ਅਸੀਂ ਉਸ ਦੇ ਗੁਣਨ ਖੰਡਾਂ ਦੇ ਰੂਪ ਵਿੱਚ ਵਿਖਾਉਣਾ ਹੈ। ਇਸ ਤਰ੍ਹਾਂ ਉਹਨੂੰ ਤੋੜ ਕੇ ਟੋਟੇ ਖੰਡ, ਤਾਈਓ ਅਸੀਂ ਇਹਨੂੰ ਖੰਡ ਕਹਿੰਦੇ ਹਾਂ, ਗੁਣਨ ਖੰਡ ਕਹਿੰਦੇ ਹਾਂ। ਤਾਂ ਬੱਚਿਓ ਦੇਖੋ, ਇਹ ਸਾਡੇ ਕੋਲ ਜੋ ਪਹਿਲਾ ਜੋੜਾ ਬਣ ਗਿਆ ਔਰ ਇਹ ਸਾਡੇ ਕੋਲ ਦੂਜਾ ਜੋੜਾ ਬਣ ਗਿਆ। ਇਹਨਾਂ ਦੋਨਾਂ ਦੇ ਵੰਡੇ ਅਸੀਂ 1 5 ਇੱਥੇ ਲਿਖ ਲੈਣਾ ਹੈ, ਇਹਨਾਂ ਦੋਨਾਂ ਦੇ ਵੰਡੇ 1 2 ਇੱਥੇ ਲਿਖ ਲੈਣਾ ਹੈ ਔਰ ਨਿਸ਼ਾਨੀ ਨੂੰ ਅਸੀਂ ਹੁਣ ਨਹੀਂ ਪਾਉਣਾ। ਗੁਣਾ ਕੀਤੀ ਤਾਂ ਸਾਡੇ ਕੋਲ 10 ਜਿਹੜਾ ਹੈ ਉਹ ਆਨਸਰ ਆ ਗਿਆ, ਉੱਤਰ ਆ ਗਿਆ। ਕਿਸ ਚੀਜ਼ ਦਾ? 100 ਦੇ ਵਰਗਮੂਲ ਦਾ। ਅੱਗੇ ਬੱਚੋ ਅਸੀਂ 256 ਦਾ ਵਰਗਮੂਲ ਇਸੇ ਵਿਧੀ ਨਾਲ ਕਰਦੇ ਹਾਂ। ਤਾਂ ਕੀ ਕਰਾਂਗੇ, ਸਭ ਤੋਂ ਪਹਿਲਾਂ 256 ਦੇ ਗੁਣਨਖੰਡ ਬਣਾਵਾਂਗੇ। ਤਰੀਕਾ 256 ਬੱਚੋ ਇੱਥੇ ਲਿਖ ਲੈਂਦੇ ਹਾਂ ਔਰ ਜਦੋਂ ਯਾਦ ਆ ਤੁਹਾਨੂੰ ਬੱਚੋ ਅਸੀਂ ਵਰਗ ਕੀਤੇ ਸੀ, ਅਸੀਂ ਉਹਨਾਂ ਨੂੰ ਯਾਦ ਵੀ ਕੀਤਾ ਸੀ। 16 16 ਆ 256। ਤਾਂ ਸਭ ਤੋਂ ਪਹਿਲਾਂ ਬੱਚੋ 2 16 ਇਸ ਤੋਂ ਆ ਗਏ। ਤਾਂ ਬੱਚੋ ਇਸ 16 ਨੂੰ ਅੱਗੇ ਅਸੀਂ ਕੀ ਕਰ ਸਕਦੇ ਹਾਂ, ਜਿਸ ਤਰ੍ਹਾਂ 4 ਚੌਕੇ 16, 2 ਚੌਕੇ ਆ ਗਏ। ਇਸ ਦੇ ਵੀ ਅੱਗੇ ਫਿਰ ਬੱਚਿਓ 2 ਚੌਕੇ ਆ ਗਏ ਔਰ ਬੱਚਿਓ ਇਸ ਤੋਂ ਅੱਗੇ ਇਹ ਟਰੀ ਬਣਦਾ ਜਾਣਾ ਹੈ, ਇੱਕ ਜਾਲ ਬਣਦਾ ਜਾਣਾ ਹੈ। ਇੱਥੋਂ ਵੀ ਬੱਚਿਓ 2 ਦੂਏ ਆ ਗਏ ਸਾਡੇ ਕੋਲ, ਇੱਥੋਂ ਵੀ 2 ਦੂਏ ਔਰ ਇੱਥੋਂ ਵੀ 2 ਦੂਏ ਔਰ ਜੋ ਇਹ ਪਰਲਾ 4 ਹੈ ਇਸ ਤੋਂ ਵੀ ਬੱਚਿਓ ਸਾਡੇ ਕੋਲ 2 ਦੂਏ ਆ ਗਏ। ਤਾਂ ਇਸ ਤਰ੍ਹਾਂ ਬੱਚਿਓ ਸਾਡੇ ਕੋਲ 2 2 4 2 6 2 8 8 2 ਸਾਡੇ ਕੋਲ ਬੱਚਿਓ ਆ ਗਏ ਹਨ। ਉਹਨਾਂ 8 ਦੇ 8 ਨੂੰ ਅਸੀਂ ਇੱਥੇ ਲਿਖਣਾ ਹੈ 1 2 3 4 5 6 7 ਔਰ 8 ਔਰ ਇਹਨਾਂ ਸਾਰਿਆਂ ਉੱਪਰ ਨਿਸ਼ਾਨੀ। ਇੱਕ ਚੀਜ਼ ਇੱਥੇ ਕੁਛ ਰਹਿ ਗਈ ਹੈ ਜੋ ਅਸੀਂ ਨਹੀਂ ਪਾਈ ਬੱਚੋ, ਇਹਨਾਂ ਸਾਰਿਆਂ ਦੇ ਵਿੱਚ ਗੁਣਾ ਦਾ ਨਿਸ਼ਾਨ ਪਾਉਣਾ ਹੈ। ਤਾਂ ਹੁਣ ਬੱਚੋ ਮੈਂ ਜੋੜੇ ਬਣਾਵਾਂਗਾ। ਆ ਦੇਖੋ ਮੇਰੇ ਕੋਲ ਪਹਿਲਾ ਜੋੜਾ ਹੈ, ਇਹ ਦੂਸਰਾ, ਇਹ ਤੀਸਰਾ, ਇਹ ਚੌਥਾ। ਇਸ ਤਰ੍ਹਾਂ ਅਸੀਂ ਛੋਟੀਆਂ ਛੋਟੀਆਂ ਲਾਈਨਾਂ ਇਹਨਾਂ ਦੇ ਹੇਠਾਂ ਲਗਾ ਸਕਦੇ ਹਾਂ। ਤਾਂ ਹੁਣ ਬੱਚੋ ਅਸੀਂ ਕੀ ਕਰਾਂਗੇ, ਇਹਨਾਂ ਦੋਨਾਂ ਦੇ ਵਿੱਚੋਂ 1 2 ਵਾਰ, ਇਹਨਾਂ ਵਿੱਚੋਂ 1, ਇਹਨਾਂ ਦੋਨਾਂ ਵਿੱਚੋਂ 1, ਇਹਨਾਂ ਦੋਨਾਂ ਵਿੱਚੋਂ 1 ਔਰ ਨਿਸ਼ਾਨੀ ਨੂੰ ਅਸੀਂ ਛੱਡ ਦਿੱਤਾ ਕਿਉਂਕਿ ਉਸਨੇ ਆਪਣਾ ਕੰਮ ਕਰ ਦਿੱਤਾ। ਉਸ ਨਿਸ਼ਾਨੀ ਨੇ ਦੱਸਤਾ ਕਿ ਇਸ ਦਾ ਵਰਗਮੂਲ ਕਰ ਦਿਓ, ਅਸੀਂ ਕਰ ਦਿੱਤਾ। ਇਹਨਾਂ ਸਾਰਿਆਂ ਦੇ ਵਿੱਚ ਅਸੀਂ ਗੁਣਾ ਪਾ ਦਿੰਦੇ ਹਾਂ। ਇਹਨਾਂ ਨੂੰ ਗੁਣਾ ਕਰੀਏ, ਦੇਖੋ ਕਿਸ ਤਰ੍ਹਾਂ ਗੁਣਾ ਕਰਨ ਦਾ ਤਰੀਕਾ ਕੀ ਹੈ। 2 ਦੂਣੀ 4, 4 ਦੂਣੀ 8, 8 ਦੂਣੀ 16। ਤਾਂ ਇਹ ਬੱਚੋ ਆਪਣੇ ਕੋਲ 16 256 ਦਾ ਵਰਗਮੂਲ ਆ ਗਿਆ ਹੈ। ਤਾਂ ਇਹ ਬੱਚੋ ਹੁਣ ਤੱਕ ਅਸੀਂ ਸਾਰੀਆਂ ਅਭਾਜ ਗੁਣਨਖੰਡ ਵਿਧੀ ਰਾਹੀਂ ਛੋਟੀਆਂ ਰਕਮਾਂ ਲਈਆਂ ਜਿਨ੍ਹਾਂ ਦੇ ਅਸੀਂ ਜ਼ਬਾਨੀ ਗੁਣਨਖੰਡ ਬਣਾ ਸਕਦੇ ਹਾਂ। ਤਾਂ ਬੱਚੋ ਪਹਿਲਾਂ ਇਹਨਾਂ ਛੋਟੇ ਸਵਾਲਾਂ ਦੀ ਅਸੀਂ ਪ੍ਰੈਕਟਿਸ ਕਰਾਂਗੇ। ਫਿਰ ਬੱਚੋ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਜਦੋਂ ਵੱਡੀਆਂ ਸੰਖਿਆਵਾਂ ਆ ਜਾਂਦੀਆਂ ਹਨ ਜਿਨ੍ਹਾਂ ਦੇ ਅਸੀਂ ਜ਼ਬਾਨੀ ਗੁਣਨਖੰਡ ਨਹੀਂ ਬਣਾ ਸਕਦੇ, ਫਿਰ ਬੱਚੋ ਉਹਨਾਂ ਦੇ ਅਸੀਂ ਗੁਣਨਖੰਡ ਕਿਵੇਂ ਬਣਾਵਾਂਗੇ। ਪਰ ਪਹਿਲਾਂ ਬੱਚੋ ਅਸੀਂ ਕੁਝ ਛੋਟੇ ਸਵਾਲਾਂ ਦੀ ਪ੍ਰੈਕਟਿਸ ਕਰਾਂਗੇ ਜੋ ਤੁਹਾਨੂੰ ਮੈਂ ਇੱਥੇ ਦੇਣ ਲੱਗਾ ਔਰ ਉਹ ਤੁਸੀਂ ਹੱਲ ਕਰਕੇ ਮੈਨੂੰ ਭੇਜਣੇ ਹਨ। ਤਾਂ ਇਹ ਬੱਚੋ ਕੁਝ ਉਦਾਹਰਨਾਂ ਹਨ ਜੋ ਤੁਸੀਂ ਹੱਲ ਕਰਕੇ ਮੈਨੂੰ ਭੇਜਣੀਆਂ ਹਨ। 4 36 64 121 144 169 196 ਇਹਨਾਂ ਸਾਰੀਆਂ ਸੰਖਿਆਵਾਂ ਦੇ ਬੱਚੋ ਤੁਸੀਂ ਅਭਾਜ ਗੁਣਨਖੰਡ ਵਿਧੀ ਰਾਹੀਂ ਵਰਗਮੂਲ ਕਰਕੇ ਮੈਨੂੰ ਭੇਜਣੇ ਹਨ। ਅਗਰ ਤੁਹਾਨੂੰ ਇਹਦੇ 'ਚੋਂ ਕੋਈ ਵੀ ਪੁਆਇੰਟ ਸਮਝ ਨਹੀਂ ਆਇਆ ਉਹ ਬੱਚੋ ਤੁਸੀਂ ਮੈਨੂੰ ਫੋਨ ਕਰਕੇ ਮੈਸੇਜ ਕਰਕੇ ਪੁੱਛ ਸਕਦੇ ਹੋ। ਪਰ ਬੱਚੋ ਇਸ ਵਿਧੀ ਨੂੰ ਅਸੀਂ ਬੜੇ ਚੰਗੀ ਤਰ੍ਹਾਂ ਔਰ ਬੜੇ ਵਧੀਆ ਤਰੀਕੇ ਨਾਲ ਜ਼ਰੂਰ ਹੀ ਸਿੱਖਣਾ, ਇਸ ਦੀ ਪ੍ਰੈਕਟਿਸ ਕਰਨੀ ਹੈ। ਇਸ ਦੀ ਅੱਗੇ ਬਹੁਤ ਜ਼ਿਆਦਾ ਸਾਨੂੰ ਜ਼ਰੂਰਤ ਪੈਂਦੀ ਹੈ।